ਮਸੀਹ ਵਿੱਚ ਸਾਰੇ ਭੈਣਾਂ ਭਾਈਆਂ ਨੂੰ ਸਲਾਮ ਜੈ ਮਸੀਹ ਦੀ। ਸਰਵ ਸ਼ਕਤੀਮਾਨ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਸਮੇਂ ਦੇ ਲਈ। ਮੈਂ ਰੈਵਰੈਂਡ ਜੌਨ ਮਸੀਹ ਵਿਸ਼ਵਵਾਣੀ ਚਰਚ ਗੁੱਡਾਰਾਣਾ ਤੋਂ ਤੁਹਾਡੇ ਸਭ ਦੇ ਨਾਲ ਮਿਲ ਕੇ ਪ੍ਰਾਰਥਨਾ ਕਰਨਾ ਚਾਹੁੰਦਾ। ਇਸ ਕਲਾਮ ਨੂੰ ਸੁਣਨ ਤੋਂ ਪਹਿਲਾਂ ਆਈਏ ਆਪਾਂ ਸਾਰੇ ਪ੍ਰਭੂ ਦੇ ਬੱਚੇ ਉਹਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਦੁਆ ਕਰੀਏ। ਪਿਆਰੇ ਪਰਮੇਸ਼ਰ ਪ੍ਰਭੂ ਜੀ, ਤੁਹਾਡਾ ਧੰਨਵਾਦ, ਤੁਹਾਡੀ ਤਾਰੀਫ ਕਰਦੇ ਹਾਂ। ਯਿਸੂ ਮਸੀਹ ਦੇ ਜਿੰਦਾ ਨਾਮ ਦੇ ਵਿੱਚ ਤੁਹਾਡੇ ਸਨਮੁਖ ਝੁਕਦੇ ਹਾਂ। ਤੁਸੀਂ ਭਲੇ, ਜੀਵਤ ਔਰ ਅਨੁਗ੍ਰਹਿਕਾਰੀ, ਸਾਮਰਥੀ ਤੇ ਦਿਆਲੂ ਪਰਮੇਸ਼ਰ ਜੀ, ਮੈਂ ਤੁਹਾਡਾ ਦਾਸ ਖੁਦਾਵੰਦ ਖੁਦਾ ਤੁਹਾਡੇ ਸਨਮੁਖ ਝੁਕਦਾ। ਇਸ ਕਸ਼ਟੀ ਦੇ ਦਿਨਾਂ ਦੇ ਵਿੱਚ ਖੁਦਾਵੰਦ ਜਿੰਨੇ ਵੀ ਵਿਸ਼ਵਾਸੀ ਜਨ ਭੈਣ ਭਾਈ ਆਪਣੇ ਘਰਾਂ ਦੇ ਵਿੱਚ ਬੈਠੇ ਹਨ ਪ੍ਰਭੂ ਜੀ, ਅਸੀਂ ਜਾਣਦੇ ਹਾਂ ਖੁਦਾਵੰਦ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਖੁਦਾਵੰਦ ਤੁਹਾਨੂੰ ਚਾਹ ਹੈ ਪ੍ਰਭੂ, ਤੁਹਾਡੇ ਵਾਸਤੇ ਪਿਆਸ ਹੈ, ਭੁੱਖ ਹੈ ਪ੍ਰਭੂ ਜੀ। ਤੁਹਾਡਾ ਵਚਨ ਉਹਨਾਂ ਦੀ ਪਿਆਸ ਨੂੰ ਪ੍ਰਭੂ ਜੀ ਬੁਝਾਏ, ਉਹਨਾਂ ਦੀ ਭੁੱਖ ਨੂੰ ਦੂਰ ਕਰੇ ਪ੍ਰਭੂ। ਅੱਜ ਦਾ ਕਲਾਮ ਸਾਨੂੰ ਸਭ ਨੂੰ ਸਿੱਖਣ ਵਾਲਾ ਮੰਨ ਦੇ ਪ੍ਰਭੂ, ਹਰ ਜੀਵਨ ਬਰਕਤ ਦਾ ਕਾਰਨ ਬਣੇ। ਤੇਰਾ ਵਚਨ ਸੁਣੀਏ, ਸਿੱਖੀਏ, ਉਸ ਅਨੁਸਾਰ ਚੱਲੀਏ ਤੇ ਬਰਕਤ ਦੇ ਵਾਰਸ ਬਣੀਏ। ਯਿਸੂ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਆਈਏ ਅਸੀਂ ਅੱਜ ਦੇ ਪਾਕ ਵਚਨ ਨੂੰ ਸਿੱਖਦੇ ਹਾਂ। ਕਹੌਤਾ ਦੀ ਕਿਤਾਬ ਦੇ ਵਿੱਚ ਜਿਹੜਾ ਹੈ ਅਸੀਂ ਸਿੱਖਣ ਜਾ ਰਹੇ ਹਾਂ। ਕਹੌਤਾ ਦੀ ਕਿਤਾਬ 28 ਅਧਿਆਏ ਉਹਦੀ 13 ਐਤ ਵਿੱਚ ਅਸੀਂ ਅੱਜ ਦੋ ਗੱਲਾਂ ਨੂੰ ਦੇਖਦੇ ਹਾਂ, ਸਿੱਖਦੇ ਹਾਂ। ਮੇਰੇ ਨਾਲ ਮੇਰੇ ਅਜ਼ੀਜ਼ੋ, ਜਦੋਂ ਅਸੀਂ ਪੜ੍ਹਦੇ ਹਾਂ ਪਾਕ ਵਚਨ ਨੂੰ, ਆਈਏ ਇਸ ਵਚਨ ਨੂੰ ਪੜ੍ਹਾਂਗੇ। ਕਹੌਤਾ ਦੀ ਕਿਤਾਬ 28 ਅਧਿਆਏ ਉਹਦੀ 13 ਐਤ। ਪਹਿਲੀ ਗੱਲ ਅਸੀਂ ਸਿੱਖਦੇ ਹਾਂ, ਪੜ੍ਹੀਏ। ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ। ਇੱਥੇ ਪ੍ਰਭੂ ਦਾ ਦਾਸ ਇਸ ਗੱਲ ਦਾ ਬਿਆਨ ਕਰਦਾ ਹੈ ਕਿ ਜਿਹੜਾ ਵੀ ਵਿਅਕਤੀ ਆਪਣੇ ਅਪਰਾਧ ਨੂੰ ਲੁਕਾਉਂਦਾ ਹੈ, ਆਪਣੇ ਗੁਨਾਹ ਨੂੰ ਲੁਕਾਉਂਦਾ ਹੈ, ਉਹ ਕਦੀ ਸਫਲ ਨਹੀਂ ਹੁੰਦਾ। ਮੇਰੇ ਅਜ਼ੀਜ਼ੋ, ਗੁਨਾਹਗਾਰ ਆਦਮੀ ਕਦੀ ਵੀ ਸਫਲ ਨਹੀਂ ਹੁੰਦਾ। ਪ੍ਰਭੂ ਦਾ ਵਚਨ ਸਾਨੂੰ ਸਿਖਾਉਂਦਾ ਹੈ ਜਿਹਦੀ ਜ਼ਿੰਦਗੀ ਦੇ ਵਿੱਚ ਗੁਨਾਹ ਹੈ, ਪਾਪ ਹੈ, ਉਹ ਕਦੀ ਵੀ ਆਪਣੇ ਮਾਰਗਾਂ ਦੇ ਵਿੱਚ, ਆਪਣੇ ਕੰਮਾਂ ਦੇ ਵਿੱਚ ਸਫਲ ਨਹੀਂ ਹੁੰਦਾ। ਪ੍ਰਭੂ ਦਾ ਵਚਨ ਸਾਨੂੰ ਸਿਖਾਉਂਦਾ ਹੈ। ਅਸੀਂ ਦੂਸਰੀ ਗੱਲ ਦੇਖਦੇ ਹਾਂ, ਪੜਾਂਗੇ। ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ। ਦੂਸਰੀ ਗੱਲ ਤੇ ਪ੍ਰਭੂ ਦਾਸ ਕਹਿੰਦਾ, ਜਿਹੜਾ ਉਹਨੂੰ ਮੰਨ ਕੇ ਛੱਡਦਾ ਹੈ, ਜਿਹੜਾ ਮੰਨ ਕੇ ਉਹਨੂੰ ਛੱਡ ਦਿੰਦਾ ਹੈ, ਉਹਦੇ ਉੱਤੇ ਰਹਿਮ ਕੀਤਾ ਜਾਵੇਗਾ। ਉਹਦੇ ਉੱਤੇ ਰਹਿਮ ਕੀਤਾ ਜਾਵੇਗਾ। ਆਈ ਅੱਜ ਅਸੀਂ ਦੋ ਗੱਲਾਂ ਨੂੰ ਅਸੀਂ ਦੇਖਦੇ ਹਾਂ। ਪਹਿਲੀ ਗੱਲ ਹੈ, ਜਿਹੜਾ ਆਪਣੇ ਅਪਰਾਧ ਨੂੰ ਲੁਕਾਉਂਦਾ ਹੈ। ਮੇਰੇ ਅਜ਼ੀਜ਼ੋ, ਅਪਰਾਧ ਲੁਕਾਉਣ ਦੇ ਨਾਲ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਫਲਤਾ ਨਹੀਂ ਆਉਂਦੀ। ਇਹਦੇ ਨਾਲ ਅਸੀਂ ਦੇਖਦੇ ਹਾਂ ਰਸੂਲਾਂ ਦੇ ਕਿਤਾਬ 5 ਅਧਿਆਏ ਉਹਦੀ 1 ਐਤ ਤੋਂ ਲੈ ਕੇ 6 ਐਤ ਤੱਕ ਅਸੀਂ ਪਹਿਲਾਂ ਦੇਖਦੇ ਹਾਂ, ਪੜਾਂਗੇ। ਤਾਂ ਹਨਨਿਆ ਨਾਮੇ ਇੱਕ ਮਨੁੱਖ ਨੇ ਆਪਣੀ ਤੀਵੀਂ ਸਫੀਰਾ ਨਾਲ ਰਲ ਕੇ ਮਿਲਕ ਵੇਚੀ। ਹਾਂਜੀ। ਅਤੇ ਉਹਦੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ। ਇੱਥੇ ਦਿਖਿਆ ਇੱਕ ਹਨਨਿਆ ਕਰਕੇ ਮਨੁੱਖ ਹੈ। ਉਹਨੇ ਸੁਖਣਾ ਸੁਖ ਲਈ ਪਰਮੇਸ਼ਰ ਦੇ ਚਰਨਾਂ ਦੇ ਵਿੱਚ। ਜਦੋਂ ਪਿੱਛੇ ਅਸੀਂ ਦੇਖਦੇ ਹਾਂ ਤੇ ਵਚਨ ਸਾਨੂੰ ਸਿਖਾਉਂਦਾ ਹੈ ਕਿ ਪ੍ਰਭੂ ਦੇ ਲੋਕ ਵੱਧਦੇ ਜਾ ਰਹੇ ਸੀਗੇ। ਲੋਕ ਆਪਣੀਆਂ ਜ਼ਮੀਨਾਂ ਵੇਚ ਕੇ, ਆਪਣੇ ਘਰ ਵੇਚ ਕੇ, ਵਿਕੀਆਂ ਹੋਈਆਂ ਵਸਤਾਂ ਜਿਹੜੀਆਂ ਧਨ ਦੌਲਤ ਸੀਗਾ, ਉਹ ਰਸੂਲਾਂ ਦੇ ਚਰਨਾਂ ਵਿੱਚ ਰੱਖਦੇ ਸੀਗੇ ਤਾਂ ਕਿ ਖੁਦਾ ਦਾ ਕੰਮ ਵੱਧਦਾ ਜਾਏ। ਤੇ ਹਨਾਨੀਆਂ ਤੇ ਸਫੀਰਾ ਨੇ ਵੀ ਇੱਕ ਸੁਖਣਾ ਸੁਖੀ ਕਿ ਸਾਡੀ ਕੁਝ ਜ਼ਮੀਨ ਪਈ ਹੈ, ਅਸੀਂ ਉਹ ਵੇਚ ਕੇ ਖੁਦਾ ਦੇ ਕੰਮਾਂ ਦੇ ਵਾਸਤੇ ਦੇ ਦੇਵਾਂਗੇ। ਲਿਖਿਆ ਉਹਨਾਂ ਨੇ ਦੋਨਾਂ ਨੇ ਮਿਲ ਕੇ ਇੱਕ ਜ਼ਮੀਨ ਦਾ ਹਿੱਸਾ ਵੇਚਿਆ ਜਿਹੜੀ ਸੁਖਣਾ ਸੁਖੀ ਹੋਈ ਸੀ, ਜਿਹੜੀ ਖੁਦਾ ਦੇ ਅੱਗੇ ਕਹੀ ਹੋਈ ਸੀਗੀ। ਆਈਏ ਅਸੀਂ ਦੇਖਦੇ ਹਾਂ, ਉਹਨਾਂ ਨੇ ਮਿਲ ਕੇ ਜ਼ਮੀਨ ਵੇਚੀ ਅਤੇ ਉਹਦੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ। ਜਿਹੜਾ ਪੈਸਾ ਸੀਗਾ ਉਸ ਜ਼ਮੀਨ ਦਾ, ਉਸ ਜਿਹੜਾ ਸੁਖਣਾ ਸੁਖੀ ਸੀ, ਉਹਦੇ ਵਿੱਚੋਂ ਉਹਨਾਂ ਨੇ ਕੁਝ ਰੱਖ ਲਿਆ, ਕੁਝ ਹਿੱਸਾ ਰੱਖ ਲਿਆ ਤੇ ਕੁਝ ਹਿੱਸਾ ਦੇਣ ਦਾ ਪਲਾਨ ਕਰ ਲਿਆ। ਪੜ੍ਹੀਏ। ਜੋ ਉਹਦੀ ਤੀਵੀਂ ਵੀ ਜਾਣਦੀ ਸੀ। ਹੁਣ ਦੇਖੀਏ, ਇਹ ਗੱਲ ਉਹਦੀ ਪਤਨੀ ਵੀ ਜਾਣਦੀ ਸੀਗੀ। ਉਹਦੀ ਪਤਨੀ ਵੀ ਜਾਣਦੀ ਸੀ ਕਿ ਅਸੀਂ ਜਿਹੜੀ ਜ਼ਮੀਨ ਹੈ ਕਿੰਨੇ ਦੀ ਵੇਚੀ ਹੈ ਤੇ ਅਸੀਂ ਕਿੰਨੇ ਪੈਸੇ ਜਿਹੜੇ ਆ ਖੁਦਾ ਦੀ ਦਾਸਾਂ ਦੇ ਚਰਨਾਂ ਵਿੱਚ ਲੈ ਕੇ ਜਾ ਰਹੇ ਹਾਂ। ਹਾਂਜੀ। ਔਰ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ। ਹਨਨਿਆ ਨੇ ਕੀ ਕੀਤਾ? ਕੁਝ ਪੈਸਾ ਲਿਆ ਕੇ ਰਸੂਲਾਂ ਦੇ ਚਰਨਾਂ ਉੱਤੇ ਰੱਖ ਦਿੱਤਾ। ਦਾਸ ਨੇ ਪੁੱਛਿਆ, ਪੜ੍ਹੀਏ। ਤਦ ਪਤਰਸ ਨੇ ਆਖਿਆ, ਹਾਂਜੀ, ਹਨਨਿਆ, ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ? ਪਤਰਸ ਖੁਦਾ ਦਾ ਦਾਸ ਇੱਥੇ ਕਹਿ ਰਿਹਾ, ਤੇਰੇ ਮਨ ਵਿੱਚ ਕੌਣ ਸਮਾ ਗਿਆ? ਸ਼ੈਤਾਨ ਸਮਾ ਗਿਆ। ਤੂੰ ਅਪਰਾਧ ਕੀਤਾ ਹੈ। ਹਮੇਸ਼ਾ ਹੀ ਮੇਰੇ ਅਜ਼ੀਜ਼ੋ, ਸ਼ੈਤਾਨ ਜਿਹੜਾ ਇਨਸਾਨ ਨੂੰ ਪਾਪ ਕਰਨ ਲਈ ਬੇਵੱਸ ਕਰਦਾ ਹੈ, ਮਜਬੂਰ ਕਰਦਾ ਹੈ। ਕਈ ਤਰੀਕੇ ਨਾਲ ਲਾਲਸਾ ਵੀ ਦਿੰਦਾ ਹੈ ਕਿ ਇਨਸਾਨ ਪਾਪ ਕਰੇ। ਔਰ ਸ਼ੈਤਾਨ ਜਾਣਦਾ ਹੈ ਕਿ ਜਦੋਂ ਇਨਸਾਨ ਪਾਪ ਕਰੂਗਾ ਇਹਦਾ ਪਰਮੇਸ਼ਰ ਨਾਲੋਂ ਰਿਸ਼ਤਾ ਟੁੱਟ ਜਾਣਾ ਹੈ। ਔਰ ਇੱਥੇ ਪ੍ਰਭੂ ਦਾ ਦਾਸ ਕਹਿੰਦਾ, ਤੇਰੇ ਮਨ ਵਿੱਚ ਸ਼ੈਤਾਨ ਸਮਾਇਆ। ਇਹ ਸ਼ੈਤਾਨ ਨੇ ਤੇਰੇ ਗੱਲ ਮਨ ਵਿੱਚ ਪਾਈ ਹੈ। ਜੋ ਤੂੰ ਸੁਖਣਾ ਸੁਖੀ ਸੀ ਉਹਨੂੰ ਪੂਰੀ ਨੂੰ ਲੈ ਕੇ ਨਹੀਂ ਆਇਆ, ਤੂੰ ਇੱਕ ਅਪਰਾਧ ਕੀਤਾ ਹੈ। ਪੜ੍ਹੀਏ।
ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ। ਕਿਹਦੇ ਨਾਲ ਝੂਠ ਬੋਲੇ? ਪਵਿੱਤਰ ਆਤਮਾ ਨਾਲ ਝੂਠ ਬੋਲੇ। ਮੇਰੇ ਅਜੀਜ਼ੋ, ਝੂਠ ਬੋਲਣਾ ਵੀ ਇੱਕ ਅਪਰਾਧ ਹੈ, ਇੱਕ ਪਾਪ ਹੈ। ਸਾਨੂੰ ਪਾਕ ਕਲਾਮ ਸਿਖਾਉਂਦਾ ਝੂਠ ਬੋਲਣਾ ਵੀ ਇੱਕ ਅਪਰਾਧ ਹੈ। ਪ੍ਰਭੂ ਦਾਸ ਕਹਿੰਦਾ ਤੂੰ ਪਵਿੱਤਰ ਆਤਮਾ ਦੇ ਨਾਲ ਝੂਠ ਬੋਲੇ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇ। ਹਾਂ, ਉਹਦੇ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇ। ਜਦ ਤੀਕਰ ਉਹ ਰਿਹਾ ਜਦੋਂ ਤੱਕ ਸੀਗਾ ਕਿ ਤੇਰਾ ਆਪਣਾ ਨਾ ਉਹ ਰਿਹਾ, ਤੇਰਾ ਆਪਣਾ ਹੀ ਸੀਗਾ। ਅਰ ਜਾਂ ਵਿਕ ਗਿਆ ਜਦੋਂ ਵਿਕ ਗਿਆ ਤਾਂ ਤੇਰੇ ਵਸ ਵਿੱਚ ਨਾ ਸੀ। ਤੇਰੇ ਬਸ ਵਿੱਚ ਵੀ ਸੀਗਾ। ਤੈਂ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀ? ਪਰ ਤੂੰ ਆਪਣੇ ਮਨ ਵਿੱਚ ਕਿਉਂ ਇਹ ਗੱਲ ਸੋਚ ਲਈ? ਤੂੰ ਮਨੁੱਖਾਂ ਨਾਲ ਨਹੀਂ ਤੂੰ ਮਨੁੱਖਾਂ ਨਾਲ ਨਹੀਂ, ਸਗੋਂ ਪਰਮੇਸ਼ਵਰ ਨਾਲ ਝੂਠ ਬੋਲਿਆ ਹੈ। ਤੂੰ ਪਰਮੇਸ਼ਵਰ ਨਾਲ ਝੂਠ ਬੋਲਿਆ ਹੈ। ਪਾਕ ਵਚਨ ਸਾਨੂੰ ਇਸ ਤਰ੍ਹਾਂ ਸਿਖਾਉਂਦਾ ਹੈ ਮੇਰੇ ਅਜੀਜ਼ੋ। ਅਪਰਾਧ ਜਦੋਂ ਸਾਡੀ ਜ਼ਿੰਦਗੀ ਚ ਆਉਂਦਾ, ਅਸੀਂ ਪਰਮੇਸ਼ਵਰ ਦੇ ਨਾਲ ਵੀ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਜਦੋਂ ਸ਼ੁਰੂ ਕਰਦੇ ਹਾਂ ਤੇ ਅਪਰਾਧ ਜਿਹੜਾ ਹੈ ਮੇਰੇ ਅਜੀਜ਼ੋ, ਉਹ ਸਾਡਾ ਸਭ ਕੁਝ ਖਤਮ ਕਰ ਦਿੰਦਾ ਹੈ। ਤੋ ਇੱਥੇ ਦੇਖਦੇ ਹਾਂ ਝੂਠ ਬੋਲਣਾ ਸਾਨੂੰ ਬਚਨ ਸਿਖਾਉਂਦਾ ਇੱਕ ਪਾਪ ਹੈ, ਇੱਕ ਅਪਰਾਧ ਹੈ। ਔਰ ਪ੍ਰਭੂ ਦਾਸ ਕਹਿੰਦਾ ਤੂੰ ਕੱਲਾ ਮਨੁੱਖਾਂ ਨਾਲ ਨਹੀਂ, ਤੂੰ ਪਰਮੇਸ਼ਵਰ ਦੇ ਨਾਲ ਝੂਠ ਬੋਲਿਆ ਹੈ। ਲਿਖਿਆ ਝੂਠ ਬੋਲਣ ਦੇ ਨਾਲ, ਪੜ੍ਹੀਏ, ਹਨਨਿਆ ਇਹ ਗੱਲਾਂ ਸੁਣਦਿਆਂ ਸਾਰ ਡਿੱਗ ਪਿਆ। ਹਨਨਿਆ ਜਦੋਂ ਪ੍ਰਭੂ ਦੇ ਦਾਸ ਦਾ ਵਚਨ ਸੁਣਿਆ, ਗੱਲਾਂ ਸੁਣੀਆਂ ਤੇ ਡਿੱਗ ਗਿਆ ਅਤੇ ਉਹਨੇ ਪ੍ਰਾਣ ਛੱਡ ਦਿੱਤੇ। ਉਹਨੇ ਪ੍ਰਾਣ ਛੱਡ ਦਿੱਤੇ, ਮਰ ਗਿਆ। ਅੱਗੇ ਦੇਖਦੇ ਆ ਉਹਦੀ ਪਤਨੀ ਵੀ ਆਈ, ਉਹਦੀ ਪਤਨੀ ਵੀ ਆਈ, ਪੜ੍ਹੀਏ, ਤਾਂ 3 ਘੰਟਿਆਂ ਦੇ ਪਿੱਛੋਂ ਉਹਦੀ ਤੀਵੀਂ ਇਹ ਵਿਥਿਆ ਨਾ ਜਾਣ ਕੇ ਅੰਦਰ ਆਈ। ਉਹਦੀ ਪਤਨੀ ਨੂੰ ਪਤਾ ਨਹੀਂ ਸੀਗਾ ਕਿ ਅਪਰਾਧ ਕਰਨਾ ਜਿਹੜਾ ਹੈ ਉਹਦੇ ਨਾਲ ਸਫਲਤਾ ਨਹੀਂ ਹੁੰਦੀ, ਬਲਕਿ ਮੌਤ ਆ ਜਾਂਦੀ ਹੈ। ਉਹ ਜਾਣਦੀ ਨਹੀਂ ਸੀ ਕਿ ਮੇਰੇ ਪਤੀ ਨਾਲ ਕੀ ਵਾਪਰੀ ਹੈ। 3 ਘੰਟਿਆਂ ਬਾਅਦ ਉਹ ਵੀ ਉਹਦੀ ਹਜ਼ੂਰੀ ਵਿੱਚ ਆਈ। ਤਦ ਪਤਰਸ ਨੇ ਉਹਨੂੰ ਅੱਗੋਂ ਆਖਿਆ ਤਦ ਪਤਰਸ ਨੇ ਉਹਨੂੰ ਕਿਹਾ ਕਿ ਮੈਨੂੰ ਦੱਸ ਤੁਸਾਂ ਉਹ ਖੇਤ ਐਨੇ ਦਾ ਹੀ ਵੇਚਿਆ? ਤੁਸਾਂ ਉਹ ਖੇਤ ਇਹਨੇ ਦਾ ਹੀ ਵੇਚਿਆ ਹੈਗਾ? ਉਹ ਬੋਲੀ, ਹਾਂਜੀ, ਆਹੋ ਐਨੇ ਨੂੰ ਹੀ। ਉਹਨੇ ਵੀ ਝੂਠ ਬੋਲਿਆ। ਉਹ ਵੀ ਆਪਣੇ ਪਤੀ ਨਾਲ ਮਿਲੀ ਹੋਈ ਸੀਗੀ। ਉਹ ਕਹਿੰਦੀ ਇਹਨੇ ਦਾ ਹੀ ਵੇਚਿਆ ਹੈ। ਹਾਂਜੀ, ਤਦ ਪਤਰਸ ਨੇ ਉਹਨੂੰ ਕਿਹਾ ਤਦ ਪਤਰਸ ਨੇ ਉਸ ਨੂੰ ਕਿਹਾ ਕਿ ਤੁਸਾਂ ਪ੍ਰਭੂ ਦੇ ਆਤਮਾ ਦੇ ਪਰਤਾਉਣ ਲਈ ਏਕਾ ਕੀਤਾ। ਤੁਸੀਂ ਪ੍ਰਭੂ ਨੂੰ ਪਰਤਾ ਰਹੇ ਹੋ, ਤੁਸੀਂ ਏਕਾ ਕੀਤਾ ਜੇ। ਹਾਂਜੀ, ਵੇਖ ਤੇਰੇ ਭਰਤਾ ਦੱਬਣ ਵਾਲਿਆਂ ਦੇ ਪੈਰ ਦਰ ਉੱਤੇ ਹਨ। ਜਿਹੜੇ ਤੇਰੇ ਪਤੀ ਨੂੰ ਦੱਬ ਕੇ ਆਏ ਆ, ਉਹਨਾਂ ਦੇ ਪੈਰ ਸਾਹਮਣੇ ਦਰ ਉੱਤੇ ਚਗਾਟ ਉੱਤੇ ਆਏ ਹੋ ਗਿਆ। ਅਤੇ ਉਹ ਤੈਨੂੰ ਬਾਹਰ ਲੈ ਜਾਣਗੇ। ਉਹ ਤੈਨੂੰ ਬਾਹਰ ਲੈ ਜਾਣਗੇ, ਉਹ ਤੈਨੂੰ ਵੀ ਦੱਬਣਗੇ। ਮੇਰੇ ਅਜ਼ੀਜ਼ੋ, ਜਦੋਂ ਇਹ ਗੱਲ ਹੋਈ, ਉਸ ਪਤਨੀ ਦੇ ਵੀ ਜਿਹੜੇ ਪ੍ਰਾਣ ਨਿਕਲ ਗਏ। ਬਾਈਬਲ ਵਿੱਚ ਅੱਗੇ ਲਿਖਿਆ ਉੱਥੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੂੰ ਬਹੁਤ ਡਰ ਲੱਗਾ। ਪੜ੍ਹੀਏ, ਤਾਂ ਸਾਰੀ ਕਲੀਸਿਆ ਅਤੇ ਜਿਨ੍ਹਾਂ ਨੇ ਇਹ ਗੱਲਾਂ ਸੁਣੀਆਂ ਉਹਨਾਂ ਨੂੰ ਸਭਨਾਂ ਨੂੰ ਵੱਡਾ ਡਰ ਲੱਗਾ। ਉਹਨਾਂ ਨੂੰ ਬਹੁਤ ਵੱਡਾ ਡਰ ਲੱਗਾ, ਸਭਨਾਂ ਨੂੰ ਡਰ ਲੱਗਾ, ਸਭ ਡਰ ਗਏ। ਮੇਰੇ ਅਜ਼ੀਜ਼ੋ, ਜਿਹੜਾ ਅਪਰਾਧ ਕਰਨਾ ਹੈ ਉਹ ਸਫਲ ਨਹੀਂ ਹੋਏ, ਬਲਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜਿਹੜੇ ਕੰਮ ਕਰਨੇ ਸੀਗੇ, ਜਿਹੜੀਆਂ ਸੇਵਾਵਾਂ ਕਰਨੀਆਂ ਸੀਗੀਆਂ, ਉਹ ਨਹੀਂ ਕਰ ਪਾਏ, ਕਿਉਂਕਿ ਉਹਨਾਂ ਨੇ ਪ੍ਰਭੂ ਦੇ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ ਹੈ। ਉਹਨਾਂ ਨੇ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ ਹੈ, ਇਸ ਕਰਕੇ ਉਹ ਕੰਮ ਨਹੀਂ ਕਰ ਪਾਏ, ਉਹ ਸਫਲ ਨਹੀਂ ਹੋਏ। ਅੱਜ ਮੇਰੇ ਅਜ਼ੀਜ਼ੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਇਨਸਾਨ ਸਫਲ ਨਹੀਂ ਹੁੰਦਾ ਜਿਹੜਾ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਦਾ ਹੈ। ਇਸ ਲਈ ਅਜ਼ੀਜ਼ੋ, ਪਵਿੱਤਰ ਆਤਮਾ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਉਹਦੀ ਹਜ਼ੂਰੀ ਵਿੱਚ ਬਣੇ ਹੋਏ ਹਾਂ ਔਰ ਅਸੀਂ ਉਹਦੇ ਨਾਲ ਬਣੀਏ, ਉਹਦੀ ਕਿਰਪਾ ਨੂੰ ਦੇਖੀਏ, ਉਹਦੀ ਦਇਆ ਨੂੰ ਦੇਖੀਏ। ਉਹ ਹਮੇਸ਼ਾ ਸਾਡੇ ਤੇ ਕਿਰਪਾ ਕਰਨਾ ਚਾਹੁੰਦਾ। ਪਾਕ ਵਚਨ ਦਾ ਪਹਿਲਾ ਜਿਹੜਾ ਸਮਾਂ ਦੱਸਦਾ ਹੈ ਕਿ ਜਿਹੜਾ ਅਪਰਾਧ ਲੁਕੋ ਲੈਂਦਾ ਉਹ ਸਫਲ ਨਹੀਂ ਹੁੰਦਾ, ਜਿਹੜਾ ਮੰਨ ਕੇ ਛੱਡਦਾ ਹੈ ਉਹਦੇ ਤੇ ਕਿਰਪਾ ਹੁੰਦੀ ਹੈ। ਮੈਂ ਪਿਛਲੇ ਭਾਗ ਵਿੱਚ ਵੀ ਇਹ ਵਚਨਾਂ ਨੂੰ ਪੜ੍ਹਿਆ ਸੀਗਾ ਕਿ ਜਿਨ੍ਹਾਂ ਨੇ ਮੰਨ ਕੇ ਛੱਡਿਆ ਉਹਨਾਂ ਤੇ ਕਿਰਪਾ ਹੋ ਗਈ। ਮੈਂ ਇੱਕ ਛੋਟੀ ਜਿਹੀ ਤੁਹਾਨੂੰ ਸਟੋਰੀ ਸੁਣਾਉਣੀ ਚਾਹੁੰਦਾ। ਇੱਕ ਵਾਰ ਇੱਕ ਮਾਲਕ ਦੇ 2 ਨੌਕਰ ਸੀਗੇ। 2 ਨੌਕਰ ਸੀਗੇ, ਇੱਕ ਦਾ ਨਾਮ ਰਾਮ ਸੀਗਾ ਤੇ ਦੂਸਰੇ ਦਾ ਨਾਮ ਸ਼ਾਮ ਸੀਗਾ। ਜਿਹੜਾ ਰਾਮ ਸੀਗਾ ਉਹ ਬਾਹਰ ਬਗੀਚੀ ਦੀ ਕੰਮ ਕਰਦਾ ਸੀ, ਸਫਾਈ ਕਰਦਾ ਸੀ, ਫੁੱਲ ਬੂਟੇ ਲਾਉਂਦਾ ਸੀ ਆਪਣੇ ਮਾਲਕ ਦੇ ਲਈ, ਮਾਲੀ ਦਾ ਕੰਮ ਕਰਦਾ ਸੀ। ਤੇ ਜਿਹੜਾ ਸ਼ਾਮ ਸੀਗਾ ਉਹ ਰਸੋਈ ਦਾ ਕੰਮ ਕਰਦਾ ਸੀਗਾ, ਉਹ ਕਿਚਨ ਦੇ ਵਿੱਚ ਖਾਣਾ ਬਣਾਉਂਦਾ ਸੀਗਾ। ਤਾਂ ਇੱਕ ਦਿਨ ਮਾਲਕ ਨੇ 2 ਬਤਕਾਂ ਲੈ ਕੇ ਆਂਦੀਆਂ। ਬਤਕਾਂ ਲੈ ਕੇ ਆਂਦੀਆਂ ਤੇ ਜਿਸ ਤਰ੍ਹਾਂ ਰਾਮ ਬਗੀਚੇ ਵਿੱਚ ਲੱਗਾ ਸੀਗਾ, ਉਹ ਕੰਮ ਕਰਦਾ ਸੀਗਾ ਤੇ ਉਹ ਚਾਹੁੰਦਾ ਸੀ ਕਿ ਮੈਂ ਇਹ ਜਿਹੜੇ ਗੁਲਾਬ ਦੇ ਫੁੱਲ ਕਲਮਾਂ ਲਾ ਰਿਹਾ, ਇਹ ਜਦੋਂ ਹੋਣਗੇ ਤੇ ਮੇਰੇ ਮਾਲਕ ਨੂੰ ਬੜਾ ਖੁਸ਼ ਕਰਨਗੇ।
ਉਹ ਲਾਉਂਦਾ ਜਾ ਰਿਹਾ ਸੀ, ਬੱਤਕਾਂ ਪਿੱਛੇ ਪੱਟਦੀਆਂ ਜਾ ਰਹੀਆਂ ਸੀਗੀਆਂ। ਉਹਨਾਂ ਨੇ ਪੱਟਣਾ ਸ਼ੁਰੂ ਕਰਤਾ। ਤੁਸੀਂ ਦੇਖਦੇ ਹੋ ਬੱਤਕ ਜਿਹੜੀ ਉਹ ਫੋਲਾ ਫਲਾਰੀ ਬੜੀ ਕਰਦੀ ਹੈ। ਤਾਂ ਰਾਮ ਨੇ ਇੱਕ ਰੋੜਾ ਚੁੱਕ ਕੇ ਉਹਨਾਂ ਨੂੰ ਦਬਕਾਉਣ ਦੇ ਲਈ ਮਾਰਿਆ, ਤਾਂ ਬੱਤਕ ਦੇ ਸਿਰ ਵਿੱਚ ਲੱਗਾ, ਬੱਤਕ ਮਰ ਗਈ। ਉਹਨੇ ਇੱਧਰ ਉੱਧਰ ਦੇਖਿਆ ਤੇ ਉੱਥੇ ਟੋਆ ਪੱਟ ਕੇ ਉਸ ਬੱਤਕ ਨੂੰ ਨੱਪ ਦਿੱਤਾ ਤੇ ਸ਼ਾਮ ਕਿਚਨ ਦੇ ਵਿੱਚੋਂ ਦੇਖਦਾ ਸੀਗਾ। ਜਦੋਂ ਦੇਖਦਾ ਸੀਗਾ ਤੇ ਇਸੇ ਤਰ੍ਹਾਂ ਦੇਖਦੇ ਦੇਖਦੇ ਉਹ ਸਮਾਂ ਹੋ ਗਿਆ ਦੁਪਹਿਰ ਦੇ ਖਾਣੇ ਦਾ ਵੇਲਾ। ਹੁਣ ਰਾਮ ਖਾਣਾ ਖਾਣ ਗਿਆ ਤੇ ਸ਼ਾਮ ਨੇ ਕਿਹਾ ਵੀ ਉਹ ਚੱਕ ਬਰਤਨ ਤੇ ਉਹ ਪਿਆਈ ਖਾਣਾ ਪਾ ਤੇ ਖਾ ਲਾ। ਉਹ ਕਹਿੰਦਾ ਵੀ ਇਹ ਤੇ ਤੇਰੀ ਡਿਊਟੀ ਹੈ। ਉਹਨੇ ਨਾਲ ਲੱਗਦਾ ਕਹਿਤਾ, ਕਹਿੰਦਾ ਬੱਤਕ। ਰਾਮ ਡਰ ਗਿਆ, ਉਹਨੂੰ ਪਤਾ ਲੱਗ ਗਿਆ ਕਿ ਇਹ ਮੇਰੇ ਪਾਪ ਨੂੰ ਜਾਣ ਗਿਆ ਹੈ। ਤਾਂ ਉਹਨੇ ਬਰਤਨ ਚੁੱਕ ਕੇ ਖਾਣਾ ਪਾਇਆ ਤੇ ਖਾਣਾ ਸ਼ੁਰੂ ਕਰ ਦਿੱਤਾ। ਜਦੋਂ ਖਾਣਾ ਸ਼ੁਰੂ ਕਰ ਦਿੱਤਾ ਤੇ ਬਰਤਨ ਰੱਖੇ ਤੇ ਸ਼ਾਮ ਨੇ ਕਿਹਾ ਬਰਤਨ ਧੋ ਕੇ ਜਾ ਭਾਈ। ਉਹ ਕਹਿੰਦਾ ਨਹੀਂ ਤੇਰੀ ਡਿਊਟੀ ਹੈ। ਉਹ ਕਹਿੰਦਾ ਬੱਤਕ। ਉਸ ਵਕਤ ਉਹਨੇ ਫਿਰ ਉਹ ਬਰਤਨ ਧੋਏ। ਕੁਝ ਦਿਨ ਇਸੇ ਤਰ੍ਹਾਂ ਚੱਲਦਾ ਗਿਆ। ਹੁਣ ਰਾਮ ਨੂੰ ਬਗੀਚੀ ਦਾ ਵੀ ਕੰਮ ਕਰਨਾ ਪੈਂਦਾ ਹੈ, ਕਿਚਨ ਦਾ ਵੀ ਕੰਮ ਕਰਨਾ ਪੈਂਦਾ ਹੈ, ਔਰ ਉਹ ਪਾਪ ਉਸ ਨੂੰ ਬਾਰ-ਬਾਰ ਪਰੇਸ਼ਾਨ ਕਰਦਾ ਹੈ। ਇੱਕ ਦਿਨ ਉਸਨੇ ਇਹ ਗੱਲ ਆਪਣੇ ਮਨ ਵਿੱਚ ਠਾਣੀ ਕਿ ਇੰਨੇ ਤੰਗੀ ਦੇ ਨਾਲੋਂ ਮੈਂ ਆਪਣੇ ਸੁਆਮੀ ਨੂੰ ਦੱਸ ਦਵਾਂ ਕਿ ਜਿਹੜੀ ਉਹ ਸਜ਼ਾ ਦੇਵੇਗਾ ਮੈਂ ਉਹਨੂੰ ਝੱਲ ਲਵਾਂਗਾ, ਨਿਤ ਨਿਤ ਦੀ ਸਜ਼ਾ ਦੇ ਨਾਲੋਂ। ਉਦਾਸ ਹੋ ਕੇ ਬੈਠਾ ਹੈ, ਉਹਦਾ ਸੁਆਮੀ ਆਇਆ ਤੇ ਉਹਦੇ ਚਰਨਾਂ ਵਿੱਚ ਬੈਠ ਕੇ ਰੋਣ ਲੱਗ ਪਿਆ। ਕਹਿੰਦਾ ਸੁਆਮੀ ਮੇਰੇ ਤੋਂ ਗਲਤੀ ਹੋ ਗਈ ਹੈ। ਕਹਿੰਦਾ ਰਾਮਦਾਸ ਤੇ ਤੋਂ ਕੀ ਗਲਤੀ ਹੋ ਗਈ? ਉਹਨੇ ਕਿਹਾ ਜਿਹੜੀਆਂ ਤੁਸੀਂ 2 ਬੱਤਕਾਂ ਲੈ ਕੇ ਆਏ ਸੀਗੇ ਤੇ ਮੈਂ ਬਗੀਚੀ ਦੇ ਵਿੱਚ ਕੰਮ ਕਰਦਾ ਸੀਗਾ ਤੇ ਜਦੋਂ ਮੈਂ ਕੰਮ ਕਰਦਾ ਸੀਗਾ ਤੇ ਮੈਂ ਗੁਲਾਬ ਦੀਆਂ ਕਲਮਾਂ ਲਾ ਰਿਹਾ ਸੀਗਾ ਤੇ ਬੱਤਕਾਂ ਪਿੱਛੇ ਆ ਕੇ ਪਟ ਰਹੀਆਂ। ਮੈਂ ਉਹਨਾਂ ਨੂੰ ਦਬਕਾਉਣ ਕਰਕੇ ਕਰੂੜੀ ਮਾਰੀ ਤੇ ਬੱਤਕ ਦੇ ਸਿਰ 'ਚ ਲੱਗੀ ਤੇ ਮਰ ਗਈ। ਮੈਂ ਉਹਨੂੰ ਦੱਬ ਦਿੱਤਾ, ਮੈਂ ਤੁਹਾਡਾ ਗੁਨਾਹਗਾਰ ਆ। ਉਹਨੇ ਕਿਹਾ ਬਸ ਇਹੀ ਗੱਲ ਹੈ, ਕੋਈ ਗੱਲ ਨਹੀਂ, ਤੂੰ ਮੈਨੂੰ ਦੱਸਿਆ, ਮੇਰਾ ਮਨ ਬੜਾ ਖੁਸ਼ ਹੈ, ਇਹ ਗੱਲੋਂ ਮੈਂ ਤੈਨੂੰ ਮਾਫ ਕਰ ਦਿੱਤਾ, ਕੋਈ ਗੱਲ ਨਹੀਂ, ਬੱਤਕ ਆਪਾਂ ਹੋਰ ਲੈ ਆਵਾਂਗੇ। ਹੁਣ ਉਹੀ ਰਾਮ ਆਪਣੇ ਪਾਪ ਤੋਂ ਵਿਹਲਾ ਹੋ ਚੁੱਕਾ ਸੀ। ਜਦੋਂ ਦੁਪਹਿਰ ਦੇ ਵੇਲੇ ਖਾਣੇ ਦੇ ਵਕਤ ਕਿਚਨ ਵਿੱਚ ਗਿਆ ਤੇ ਸ਼ਾਮ ਨੇ ਫਿਰ ਉਹੀ ਰਵੱਈਆ ਉਹਨਾਂ ਅਪਣਾਉਣਾ ਸ਼ੁਰੂ ਕੀਤਾ ਤੇ ਉਹਨੇ ਕਿਹਾ ਵੀ ਇਹਨੂੰ ਖਾਣਾ ਪਾ ਕੇ ਦੇ। ਉਹ ਕਹਿੰਦਾ ਨਹੀਂ, ਖਾਣਾ ਚੁੱਕ ਤੇ ਪਾ। ਕਹਿੰਦਾ ਮੈਂ ਨਹੀਂ ਪਾਉਣਾ, ਤੇਰੀ ਡਿਊਟੀ ਹੈ। ਕਹਿੰਦਾ ਬੱਤਕ। ਨਾਲ ਹੀ ਰਾਮ ਨੇ ਕਿਹਾ ਉਹ ਕੱਲ ਤੱਕ ਕਹਿੰਦਾ ਉਹ ਕੱਲ ਤੱਕ ਸੀਗੀ, ਪਰ ਮੈਂ ਅੱਜ ਆਪਣੇ ਮਾਲਕ ਨੂੰ ਆਪਣੇ ਗੁਨਾਹ ਦੱਸ ਦਿੱਤਾ ਹੈ ਤਾਂ ਉਹਨੇ ਮੇਰੇ ਤੇ ਕਿਰਪਾ ਕਰ ਦਿੱਤੀ। ਮੇਰੇ ਅਜ਼ੀਜ਼ੋ, ਆਈਏ ਅਸੀਂ ਕਿਰਪਾ ਦੇ ਵਾਸਤੇ ਵੀ ਦੇਖਦੇ ਹਾਂ। ਸੰਤ ਲੂਕਾ ਦੀ ਕਿਤਾਬ, ਮੈਂ ਪਿਛਲੇ ਵਚਨ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ, ਸੰਤ ਲੂਕਾ ਦੀ ਕਿਤਾਬ ਉਹਦਾ 15 ਅਧਿਆਇ ਉਹਦੀ ਅਸੀਂ 11 ਐਤ ਤੋਂ ਦੇਖਦੇ ਹਾਂ। ਤਾਂ ਮੈਂ ਕੁਝ ਐਤਾਂ ਸ਼ਾਰਟ ਤੁਹਾਡੇ ਨਾਲ ਪੜਾਂਗਾ। ਇੱਥੇ ਇੱਕ ਮਨੁੱਖ ਹੈ ਜਿਹਦੇ 2 ਪੁੱਤਰ ਹੈ ਤੇ ਛੋਟਾ ਜਿਹੜਾ ਪੁੱਤਰ ਹੈ ਉਹ ਅਜ਼ਾੜੂ ਹੈ। ਉਹਨੇ ਸਭ ਕੁਝ ਲੈ ਕੇ ਖਾ ਖੱਟ ਲਿਆ, ਅਜ਼ਾੜ ਦਿੱਤਾ, ਔਰ ਉਹ ਆਪਣੇ ਪਿਤਾ ਦੇ ਘਰ ਤੋਂ ਬਹੁਤ ਦੂਰ ਹੈ ਔਰ ਇੰਨੀ ਗਰੀਬੀ ਦੇ ਵਿੱਚ ਉਹ ਰਹਿ ਰਿਹਾ। ਜਿਸ ਜਗ੍ਹਾ ਉਹ ਰਹਿ ਰਿਹਾ ਉੱਥੇ ਕਾਲ ਪਿਆ ਹੋਇਆ ਹੈ। ਬਾਈਬਲ ਦੱਸਦੀ ਹੈ ਕਿ ਉਹ ਬਚਿਆ ਹੋਇਆ ਖਾਣਾ, ਸੂਰਾਂ ਦਾ ਬਚਿਆ ਹੋਇਆ ਖਾਣਾ ਖਾ ਰਿਹਾ ਹੈ। ਮੈਨੂੰ 15 ਤੋਂ ਪੜਾਂਗੇ। ਤਾਂ ਉਹ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਕੋਲ ਜਾ ਰਿਹਾ। ਉਹ ਜਦੋਂ ਕਾਲ ਪੈ ਗਿਆ ਕਿਸੇ ਦੇਸ਼ ਦੇ ਰਹਿਣ ਵਾਲੇ ਕੋਲ ਜਾ ਬਸਿਆ ਅਤੇ ਉਸਨੇ ਉਹਨੂੰ ਆਪਣੇ ਖੇਤਾਂ ਵਿੱਚ ਸੂਰ ਚਾਰਨ ਦੇ ਲਈ ਘੱਲਿਆ। ਜਿੱਥੇ ਉਹ ਇੱਕ ਸ਼ਾਹੀ ਜੀਵਨ ਬਤੀਤ ਕਰਦਾ ਸੀ ਉੱਥੋਂ ਭੱਜਾ ਹੋਇਆ ਹੈ ਔਰ ਕਿੱਥੇ ਰਹਿ ਰਿਹਾ ਹੈ? ਸੂਰ ਚਾਰਨ ਵਾਲੇ ਦੇ ਜਾ ਕੇ ਤਵੇਲੇ ਦੇ ਵਿੱਚ ਜਿੱਥੇ ਸੂਰ ਰੱਖੇ ਉੱਥੇ ਰਹਿ ਰਿਹਾ ਹੈ। ਹਾਂਜੀ। ਔਰ ਉਹ ਉਹਨਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ। ਦੇਖੋ, ਉਹਨੇ ਖੁਦਾ ਦੇ ਔਰ ਆਪਣੇ ਬਾਪ ਦੇ ਹੁਕਮ ਨੂੰ ਤੋੜਨ ਦੇ ਨਾਲ ਕਿੰਨੀ ਗਰੀਬੀ ਵਿੱਚ ਚਲਾ ਗਿਆ। ਜਿਹੜੇ ਸੂਰ ਖਾਣਾ ਛੱਡ ਦਿੰਦੇ ਸੀ ਉਹ ਖਾ ਕੇ ਆਪਣਾ ਢਿੱਡ ਭਰਨਾ ਚਾਹੁੰਦਾ ਸੀ। ਬਾਈਬਲ ਲਿਖਦੀ ਹੈ ਕਿ ਉੱਥੇ ਉਹਨੂੰ ਸੁਰਤ ਆਈ। ਉਹਨੇ ਕਿਹਾ ਮੈਂ ਆਪਣਾ ਗੁਨਾਹ ਮੰਨ ਲਵਾਂਗਾ। ਜਦ ਤੱਕ ਮੈਂ ਆਪਣੇ ਗੁਨਾਹ ਦੇ ਵਿੱਚ ਹਾਂ ਮੈਂ ਸਫਲ ਨਹੀਂ ਹੋ ਸਕਦਾ। ਉਹਨੇ ਉੱਥੇ ਆਪਣੇ ਆਪ ਨੂੰ ਸੁਰਤ ਵਿੱਚ ਆ ਕੇ ਆਪਣੇ ਆਪ ਵਿੱਚ ਹੀ ਆਪਣੇ ਗੁਨਾਹ ਨੂੰ ਮੰਨ ਲਿਆ। ਪੜ੍ਹੀਏ। ਪਰ ਉਹਨੇ ਸੁਰਤ ਵਿੱਚ ਆਣ ਕੇ ਕਿਹਾ ਭਾਈ ਮੇਰੇ ਪਿਓ ਦੇ ਕਿੰਨੇ ਹੀ ਕਾਮਿਆਂ ਲਈ ਵਾਫਰ ਰੋਟੀਆਂ ਹਨ। ਘਰ ਵਿੱਚ ਜਿਹੜੇ ਕਾਮੇ ਆ ਉਹਨਾਂ ਦੇ ਕੋਲ ਲੋੜ ਤੋਂ ਵੱਧ ਖਾਣਾ ਹੈ ਅਤੇ ਮੈਂ ਇੱਥੇ ਭੁੱਖਾ ਮਰਦਾ। ਮੈਂ ਉੱਠ ਕੇ ਆਪਣੇ ਪਿਓ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ
ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਇੱਥੇ ਅੱਜ ਅਸੀਂ ਦੇਖਦੇ ਹਾਂ ਕਿ ਇਹ ਬੰਦੇ ਨੇ ਇੱਕ ਧਾਰਨਾ ਧਾਰੀ, ਮੈਂ ਉੱਠ ਕੇ ਆਪਣੇ ਪਿਤਾ ਦੇ ਕੋਲ ਜਾਵਾਂਗਾ ਔਰ ਇਹ ਗੱਲ ਕਹਾਂਗਾ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਵਿਰੁੱਧ ਗੁਨਾਹ ਕੀਤਾ ਹੈ। ਗੁਨਾਹ ਕੀ ਹੈ ਮੇਰੇ ਅਜੀਜ਼ੋ? ਅਸੀਂ ਪਹਿਲਾਂ ਦੇਖਿਆ ਹੈ ਕਿ ਜੋ ਅਸੀਂ ਖੁਦਾ ਨਾਲ ਵਾਅਦੇ ਕੀਤੇ, ਜੋ ਖੁਦਾ ਦੇ ਨਾਲ ਅਸੀਂ ਗੱਲਾਂ ਨੂੰ ਕੀਤਾ, ਉਹਨਾਂ ਤੋਂ ਅਸੀਂ ਦੂਰ ਹੋ ਚੁੱਕੇ ਹਾਂ। ਜੋ ਅਸੀਂ ਵਾਅਦੇ ਕੀਤੇ ਉਹਨਾਂ ਤੋਂ ਅਸੀਂ ਭੁੱਲ ਚੁੱਕੇ ਹਾਂ। ਤੌਬਾ ਦੇ ਵੇਲੇ ਅਸੀਂ ਵਾਅਦਾ ਕੀਤਾ, ਬਪਤਿਸਮੇ ਦੇ ਵੇਲੇ ਅਸੀਂ ਵਾਅਦਾ ਕੀਤਾ ਹੈ, ਉਹਨਾਂ ਸਭ ਨੂੰ ਅਸੀਂ ਭੁੱਲ ਚੁੱਕੇ ਹਾਂ। ਅੱਜ ਦਾ ਕਲਾਮ ਸਾਨੂੰ ਸਿਖਾਉਂਦਾ ਹੈ ਆਪਾਂ ਸੁਰਤ ਵਿੱਚ ਆਈਏ, ਆਪਣੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਆ ਕੇ ਆਪਣੇ ਪਰਮੇਸ਼ਰ ਦੇ ਅੱਗੇ ਔਰ ਆਤਮਕ ਗੁਰੂ ਦੇ ਅੱਗੇ, ਆਪਣੇ ਦਾਸ ਦੇ ਅੱਗੇ ਆ ਕੇ ਆਪਣੇ ਪਾਪ ਦਾ ਪਛਤਾਪ ਕਰੀਏ। ਜੇਕਰ ਆਪਾਂ ਆਪਣੀ ਜ਼ਿੰਦਗੀ ਵਿੱਚ ਸਫਲ ਹੋਣਾ ਹੈ, ਲਿਖਿਆ ਇਹਨੇ ਕਿਹਾ ਮੈਂ ਜਾਵਾਂਗਾ, ਜਾ ਕੇ ਆਪਣੇ ਪਿਤਾ ਦੇ ਅੱਗੇ ਇਕਰਾਰ ਕਰਾਂਗਾ। ਔਰ ਅੱਗੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹ ਆਇਆ, ਜਦੋਂ ਦੂਰ ਹੀ ਸੀ ਤੇ ਬਾਪ ਨੇ ਉਹਨੂੰ ਗਲੇ ਲਾ ਲਿਆ। ਔਰ ਇਹ ਨਹੀਂ ਗਾ ਕਿ ਉਹ ਗਲੇ ਲੱਗਣ ਤੋਂ ਬਾਅਦ ਭੁੱਲ ਗਿਆ, ਉਹਨੇ ਆਪਣੇ ਪਾਪ ਦਾ ਪਛਤਾਪ ਕੀਤਾ। ਉਹਨੇ ਕਿਹਾ ਮੈਂ ਹੁਣ ਇਸ ਯੋਗ ਨਹੀਂਗਾ ਕਿ ਮੈਂ ਤੁਹਾਡਾ ਬੇਟਾ ਖਾਵਾਂ, ਮੈਂ ਅਸਮਾਨ ਦੇ ਵਿਰੁੱਧ, ਅਸਮਾਨੀ ਪਿਤਾ ਦੇ ਵਿਰੁੱਧ ਤੇ ਤੁਹਾਡੇ ਵਿਰੁੱਧ ਗੁਨਾਹ ਕੀਤਾ ਹੈ, ਮੈਂ ਤੁਹਾਡੇ ਤੋਂ ਦੂਰ ਚਲਾ ਗਿਆ, ਇਸ ਕਰਕੇ ਅੱਜ ਮੈਂ ਸਫਲ ਨਹੀਂਗਾ। ਮੇਰੇ ਅਜ਼ੀਜ਼ੋ, ਬਾਪ ਨੇ ਉਹਨੂੰ ਗਲੇ ਲਾਇਆ। ਅੱਜ ਦਾ ਕਲਾਮ ਸਾਨੂੰ ਸਿਖਾਉਂਦਾ ਹੈ, ਮੇਰੇ ਨਾਲ ਇੱਕ ਵਚਨ ਹੋਰ ਪੜਾਂਗੇ, ਕਹੌਤਾਂ ਦੀ ਕਿਤਾਬ 3 ਅਧਿਆਏ ਉਹਦੀ 31 ਤੋਂ 33 ਐਤ ਤੱਕ। ਇਹ ਸਾਨੂੰ ਸਿੱਖਿਆ ਮਿਲਦੀ ਹੈ। ਜਦ ਦਾ ਕਲਾਮ ਅਸੀਂ ਸੁਣਿਆ ਤੇ ਪੜ੍ਹਿਆ ਤੇ ਇਹ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ। ਆਈਏ ਇਸ ਵਚਨ ਨੂੰ ਪੜ੍ਹਦੇ ਹਾਂ। ਕਹੌਤਾਂ 3 ਅਧਿਆਏ ਉਹਦੀ 31 ਤੋਂ 33 ਐਤ ਤੱਕ ਪੜ੍ਹਦੇ ਹਾਂ। ਜ਼ਾਲਿਮ ਦੀ ਰੀਸ ਨਾ ਕਰ। ਇੱਥੇ ਪ੍ਰਭੂ ਦਾ ਵਚਨ ਸਾਨੂੰ ਸਿਖਾਉਂਦਾ, ਜ਼ਾਲਮ ਦੀ ਰੀਸ ਨਾ ਕਰ। ਪੜ੍ਹੀਏ। ਨਾ ਉਹਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੁਣ। ਉਹਦੀ ਰੀਸ ਵੀ ਨਾ ਕਰ, ਨਾ ਉਹਦੀਆਂ ਗੱਲਾਂ ਵਿੱਚੋਂ ਕੋਈ ਚੁਣ। ਕਿਉਂ ਜੋ ਕੱਬੇ ਤੋਂ ਯਹੋਵਾ ਨੂੰ ਘਿਣ ਆਉਂਦੀ ਹੈ। ਜਿਹੜਾ ਕੱਬਾ ਮਨੁੱਖ ਹੈ ਪਰਮੇਸ਼ਰ ਨੂੰ ਉਹ ਤੋਂ ਘਿਣ ਆਉਂਦੀ ਹੈ। ਹਾਂਜੀ, ਪਰ ਸਚਿਆਰਾਂ ਨਾਲ ਉਹਦੀ ਦੋਸਤੀ ਹੈ। ਪਰ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ, ਸਚਿਆਰਾਂ ਨਾਲ, ਜਿਹੜੇ ਸੱਚੇ ਮਨੁੱਖ ਹਨ ਉਹਨਾਂ ਨਾਲ ਪ੍ਰਭੂ ਦੀ ਦੋਸਤੀ ਹੈ। ਦੁਸ਼ਟਾਂ ਦੇ ਘਰ ਉੱਤੇ ਯਹੋਵਾ ਦਾ ਸਰਾਪ ਪੈਂਦਾ ਹੈ। ਦੁਸ਼ਟਾਂ ਦੇ ਘਰ ਉੱਤੇ ਯਹੋਵਾ ਦਾ ਸਰਾਪ ਪੈਂਦਾ। ਜਿੱਦਾਂ ਅਸੀਂ ਸਿੱਖਿਆ ਕਿ ਪਹਿਲੇ ਵਚਨ ਵਿੱਚ ਕਿ ਉਹਨੇ ਧਨ ਦੌਲਤ ਆਪਣੇ ਕਬਜ਼ੇ ਵਿੱਚ ਕਰਕੇ ਕੁਛ ਹੀ ਹਿੱਸਾ ਲਿਆ, ਹਨਨੀਆਂ ਨੇ ਕੁਛ ਹਿੱਸਾ ਰੱਖਿਆ ਤੇ ਲਿਖਿਆ ਉੱਤੇ ਸਰਾਪ ਪੈ ਗਿਆ, ਮਰ ਗਿਆ। ਅੱਜ ਵੀ ਸਾਨੂੰ ਕਲਾਮ ਸਿਖਾਉਂਦਾ ਹੈ ਕਿ ਦੁਸ਼ਟਾਂ ਦੇ ਘਰ ਉੱਤੇ ਸਰਾਪ ਆਉਂਦਾ ਹੈ, ਪਰ ਧਰਮੀਆਂ ਦੇ ਨਿਵਾਸ ਨੂੰ ਉਹਨੂੰ ਬਰਕਤ ਦਿੰਦਾ ਹੈ। ਪਰਮੇਸ਼ਵਰ ਧਰਮੀਆਂ ਦੇ ਨਿਵਾਸ ਨੂੰ, ਉਹਨਾਂ ਦੇ ਘਰਾਂ ਨੂੰ ਬਰਕਤ ਦਿੰਦਾ ਹੈ। ਅੱਜ ਸਾਨੂੰ ਵਚਨ ਦੇ ਵਿੱਚੋਂ ਇਹ ਸਿੱਖਣ ਨੂੰ ਮਿਲਦਾ। ਆਓ ਅਸੀਂ ਸਾਰੇ ਧਰਮੀ ਬਣੀਏ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਦੁਆ ਕਰੇ। ਪਵਿੱਤਰ ਆਤਮਾ, ਤੁਹਾਡਾ ਧੰਨਵਾਦ ਕਰਦੇ ਹਾਂ ਯਿਸੂ ਦੇ ਨਾਮ ਦੇ ਵਿੱਚ, ਜੋ ਅੱਜ ਤੁਹਾਡੇ ਕਲਾਮ ਨੇ ਸਾਨੂੰ ਸਿਖਾਇਆ। ਇਹ ਹਮੇਸ਼ਾ ਦੇ ਲਈ ਪ੍ਰਭੂ ਸਾਡੇ ਜੀਵਨ ਵਿੱਚ ਵਚਨ ਘਰ ਕਰ ਜਾਏ। ਤੇਰੇ ਵਚਨ ਅਨੁਸਾਰ ਅਸੀਂ ਚੱਲੀਏ। ਖੁਦਾਵੰਦ ਖੁਦਾ, ਅਸੀਂ ਆਪਣੇ ਜੀਵਨਾਂ ਦੇ ਵਿੱਚ ਕਦੇ ਵੀ ਪਾਪ ਨੂੰ ਜਗ੍ਹਾ ਨਾ ਦਈਏ। ਖੁਦਾਵੰਦ ਖੁਦਾ, ਤੇਰਾ ਵਚਨ ਸਾਨੂੰ ਸਿਖਾਉਂਦਾ ਹੈ, ਜਿਹੜਾ ਆਪਣੇ ਅਪਰਾਧਾਂ ਨੂੰ ਲੁਕਾਉਂਦਾ ਉਹ ਸਫਲ ਨਹੀਂ ਹੁੰਦਾ। ਪ੍ਰਭੂ, ਸਾਡੀ ਜ਼ਿੰਦਗੀ 'ਚੋਂ ਹਰ ਅਪਰਾਧ ਨੂੰ ਖਤਮ ਕਰ ਦੇ ਮੇਰੇ ਪ੍ਰਭੂ। ਤੇ ਆਉਣ ਵਾਲੇ ਦਿਨ ਪ੍ਰਭੂ ਚੰਗੇ ਤੇ ਭਲੇ ਦਿਨ ਆਉਣ ਪ੍ਰਭੂ। ਜਿੱਥੇ ਵੀ ਤੈਨੂੰ ਕਮੀ ਘਟੀ ਸਾਡੇ ਜੀਵਨ 'ਚ ਲੱਗਦੀ ਦੂਰ ਕਰ ਦੇ। ਸਾਨੂੰ क्षमा ਕਰਕੇ ਆਪਣੇ ਗਲੇ ਲਾ ਪ੍ਰਭੂ ਜੀ, ਆਪਣੇ ਚਰਨਾਂ ਵਿੱਚ ਬਿਠਾ ਤੇ ਆਪਣੇ ਪਾਕ ਹੱਥਾਂ ਦੇ ਨਾਲ ਬਰਕਤ ਦੇ, ਧਰਮੀ ਬਣਾ, ਤਾਂ ਕਿ ਤੇਰੀ ਮਹਿਮਾ ਦਾ ਕਾਰਨ ਬਣੇ। ਇਸ ਵਕਤ ਮੇਰੀ ਦੁਆ ਹੈ, ਜਿੰਨੇ ਭੈਣ ਭਾਈ ਨੇ ਅੱਜ ਦੇ ਵਚਨ ਨੂੰ ਸੁਣਿਆ, ਸਿੱਖਿਆ ਤੇ ਮੰਨਿਆ, ਉਹ ਹਰ ਇੱਕ ਬਰਕਤ ਦਾ ਕਾਰਨ ਬਣੇ। ਅਗਰ ਕੋਈ ਦੁਖੀ ਹੈ, ਉਹਦਾ ਦੁੱਖ ਪ੍ਰਭੂ ਦੂਰ ਹੋ ਜਾਏ। ਅਗਰ ਕੋਈ ਬਿਮਾਰ ਹੈ, ਉਹਦੀ ਬਿਮਾਰੀ ਦੂਰ ਹੋ ਜਾਏ। ਅਗਰ ਕੋਈ ਸ਼ੈਤਾਨ ਦਾ ਜਕੜਿਆ ਹੋਇਆ ਹੈ, ਉਹ ਯਿਸੂ ਦੇ ਨਾਮ ਦੇ ਵਿੱਚ ਆਜ਼ਾਦ ਹੋ ਜਾਏ। ਹਰ ਇੱਕ ਦੇ ਕੰਮਾਂ ਦੇ ਉੱਤੇ ਤੇਰੀ ਬਰਕਤ ਮੰਗਦਾ ਪ੍ਰਭੂ। ਹਰ ਇੱਕ ਆਪੋ ਆਪਣੇ ਮਾਰਗਾਂ ਦੇ ਵਿੱਚ ਪ੍ਰਭੂ ਤੇਰਾ ਬੱਚਾ ਸਫਲ ਹੋਵੇ ਤੇ ਤੇਰੇ ਨਾਮ ਨੂੰ ਮਹਿਮਾ ਮਿਲੇ। ਯਿਸੂ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਸੋ ਸਭ ਨੂੰ ਜੈ ਮਸੀਹ ਦੀ। ਖੁਦਾ ਸਾਰਿਆਂ ਨੂੰ ਬਰਕਤ ਹੈ। ਫਿਰ ਆਉਣ ਵਾਲੇ ਹਫਤੇ ਆਪਾਂ ਮਿਲਦੇ ਹਾਂ। ਸਭ ਨੂੰ ਜੈ ਮਸੀਹ ਦੀ।